ਸ਼ਰਨ ਕੌਰ ਤੇ ਭੀਮ ਬਲੀ ਸਿੰਘ ਕਿਲ੍ਹੇ ਦੇ ਦੱਖਣੀ ਦਰਵਾਜ਼ੇ ਅੱਗੇ ਪਹੁੰਚ ਗਏ। ਊਠਣੀਆਂ ਸਰਾਂ ਵਿੱਚ ਬੰਨ੍ਹ ਗਏ ਸਨ। ਪੈਦਲ ਤੁਰ ਕੇ ਡਿਓੜੀ ਵਿੱਚ ਪੁੱਜੇ ਤਾਂ ਸੰਤਰੀ ਨੇ ਰੋਕਿਆ। "ਕਿੱਧਰ ਜਾਣਾ ਹੈ?" ਸੰਤਰੀ ਨੇ ਪੁੱਛਿਆ। "ਸਰਕਾਰ ਦੇ ਦਰਸ਼ਨ ਕਰਨੇ ਨੇ," ਸ਼ਰਨ ਕੌਰ ਨੇ ਜਵਾਬ ਦਿੱਤਾ। "ਕੀ ਕੰਮ ਹੈ ਤੇ ਕਿੱਥੋਂ ਆਏ ਹੋ?" "ਪਿਸ਼ਾਵਰ ਤੋਂ ਆਏ ਹਾਂ। ਸਾਡੇ ਨਾਲ ਬਹੁਤ ਧੱਕਾ ਹੋਇਆ ਹੈ। ਅੱਜ ਤੇ ਹੁਣੇ ਹੀ ਸਰਕਾਰ ਨੂੰ ਮਿਲਣਾ ਹੈ," ਭੀਮ ਬਲੀ ਸਿੰਘ ਬੋਲਿਆ। ਇੰਨੇ ਨੂੰ ਡਿਓੜੀ ਦਾ ਅਫਸਰ ਆ ਗਿਆ। ਉਸਨੇ ਬੜੇ ਸਤਿਕਾਰ ਨਾਲ ਦੁੱਖ ਜਾਂ ਪੁਕਾਰ ਦਾ ਭਾਵ ਪੁੱਛਣ ਦਾ ਯਤਨ ਕੀਤਾ, ਪਰ ਬੀਬੀ ਸ਼ਰਨ ਕੌਰ ਤੇ ਉਸਦੇ ਪਤੀ ਨੇ ਇਸ ਤੋਂ ਵੱਧ ਕੁਝ ਨਾ ਦੱਸਿਆ ਕਿ ਉਹਨਾਂ ਨੇ ਸਰਕਾਰ ਨੂੰ ਮਿਲਣਾ ਹੈ। ਦੁੱਖ ਉਹਨਾਂ ਨੂੰ ਦੱਸਣਗੇ। ਡਿਓੜੀ ਅਫਸਰ ਸੋਚ ਹੀ ਰਿਹਾ ਸੀ ਕਿ ਇੰਨੇ ਨੂੰ ਵਜ਼ੀਰ ਧਿਆਨ ਸਿੰਘ ਬਾਹਰੋਂ ਆ ਗਿਆ। ਉਹ ਮਹਾਰਾਜਾ ਸਾਹਿਬ ਜੀ ਨੂੰ ਮਿਲਣ ਜਾ ਰਿਹਾ ਸੀ। ਡਿਓੜੀ ਅਫਸਰ ਨੇ ਉਸਨੂੰ ਰੋਕ ਲਿਆ ਤੇ ਆਖਿਆ, "ਸਰਦਾਰ ਜੀ, ਇਹ ਜੋੜੀ ਪਿਸ਼ੌਰੋਂ ਆਈ ਹੈ। ਸਰਕਾਰ ਨੂੰ ਮਿਲਣ ਵਾਸਤੇ ਆਖ ਰਹੀ ਹੈ, ਪਰ ਦੁੱਖ ਕੋਈ ਨਹੀਂ ਦੱਸਦੀ। ਆਪ ਦੀ ਆਗਿਆ ਹੈ ਕਿ ਬਿਨਾਂ ਕਾਰਨ ਪੁੱਛੇ ਕਿਸੇ ਨੂੰ ਮਿਲਣ ਨਾ ਦਿਓ, ਕਿਉਂਕਿ ਪਰਜਾ ਖਾਮਖਾਹ ਸਰਕਾਰ ਨੂੰ ਤੰਗ ਕਰਦੀ ਹੈ। ਪਰ ਇਹ ਜ਼ਿੱਦ ਕਰ ਰਹੇ ਨੇ ਹੁਣੇ ਹੀ ਸਰਕਾਰ ਨੂੰ ਮਿਲਣ ਲਈ।" ਰਾਜਾ ਧਿਆਨ ਸਿੰਘ ਨੇ ਬੀਬੀ ਸ਼ਰਨ ਕੌਰ ਤੇ ਭੀਮ ਬਲੀ ਸਿੰਘ ਵੱਲ ਬੜੇ ਗੌਰ ਨਾਲ ਦੇਖਿਆ। ਕੁਝ ਜਾਚਣ ਦਾ ਯਤਨ ਕੀਤਾ, ਪਰ ਉਹ ਕਿਸੇ ਨਤੀਜੇ ਉੱਪਰ ਨਾ ਪਹੁੰਚ ਸਕਿਆ। ਉਸਨੇ ਭੀਮ ਬਲੀ ਸਿੰਘ ਨੂੰ ਸੰਬੋਧਨ ਕਰਕੇ ਆਖਿਆ, "ਦੇਖੋ, ਮਹਾਰਾਜ ਅੱਜ ਕੱਲ੍ਹ ਆਮ ਆਦਮੀਆਂ ਨੂੰ ਨਹੀਂ ਮਿਲਦੇ। ਜੇ ਕੰਮ ਹੈ, ਜਿਹੜੀ ਦੁੱਖ ਵਿਥਿਆ ਸਰਕਾਰ ਨੂੰ ਸੁਣਾਉਣੀ ਹੈ, ਉਹ ਪਹਿਲਾਂ ਮੈਨੂੰ ਦੱਸੋ, ਫਿਰ ਆਗਿਆ ਦਿੱਤੀ ਜਾਵੇਗੀ।" ਭੀਮ ਬਲੀ ਸਿੰਘ ਅਜੇ ਕੁਝ ਸੋਚ ਹੀ ਰਿਹਾ ਸੀ ਕਿ ਕੀ ਉੱਤਰ ਦੇਵੇ। ਡਿਓੜੀ ਅਫਸਰ ਕਾਹਲੀ ਨਾਲ ਆਖਣ ਲੱਗੇ, "ਆਪ ਵਜ਼ੀਰ ਰਾਜਾ ਧਿਆਨ ਸਿੰਘ ਸਾਹਿਬ ਹਨ। ਇਹਨਾਂ ਨੂੰ ਦੁੱਖ ਦੱਸ ਦਿਓ। ਇਹਨਾਂ ਨੂੰ ਦੱਸੇ ਬਿਨਾਂ ਤਾਂ ਸਰਕਾਰ ਨੂੰ ਕਿਸੇ ਨੂੰ ਮਿਲਣ ਨਹੀਂ ਦੇਣਾ।" ਧਿਆਨ ਸਿੰਘ ਦਾ ਨਾਂ ਸੁਣ ਕੇ ਬੀਬੀ ਸ਼ਰਨ ਕੌਰ ਹੁਸ਼ਿਆਰ ਹੋ ਗਈ। ਉਹ ਚੁੱਪ ਕੀਤੀ ਨਾ ਰਹਿ ਸਕੀ। ਉਸਨੇ ਆਖਿਆ, "ਅੱਛਾ, ਆਪ ਹੀ ਰਾਜਾ ਧਿਆਨ ਸਿੰਘ ਜੀ ਹਨ। ਸਾਡੇ ਧੰਨ ਭਾਗ ਆਪ ਮਿਲ ਪਏ। ਜਿਸਨੇ ਸਾਨੂੰ ਭੇਜਿਆ ਹੈ ਉਸਨੇ ਵੀ ਇਹੋ ਕਿਹਾ ਸੀ, ਰਾਜਾ ਜੀ ਨੂੰ ਮਿਲ ਪੈਣਾ। ਰਤਾ ਵੱਖਰੇ ਹੋਵੋ ਤਾਂ ਪੂਰੀ ਗੱਲ ਦੱਸੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ਸਹੀ।" ਇਹ ਆਖ ਕੇ ਧਿਆਨ ਸਿੰਘ ਨਵੇਕਲੀ ਥਾਂ ਵੱਲ ਹੋਇਆ। ਬੀਬੀ ਸ਼ਰਨ ਕੌਰ ਨੇ ਅੱਗੇ ਹੋ ਕੇ ਉਸਨੂੰ ਹੌਲੀ ਜਿਹੀ ਇਉਂ ਦੱਸਿਆ, "ਮੈਂ ਰਾਜਦੂਤ ਹਾਂ। ਮੇਰੇ ਨਾਲ ਮੇਰੇ ਪਤੀ ਹਨ। ਜਮਰੌਦ ਤੋਂ ਆਏ ਹਾਂ। ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਏ ਨੇ। ਸਰਕਾਰ ਨੂੰ ਮਿਲ ਕੇ ਸਾਰਾ ਹਾਲ ਦੱਸਣਾ ਤੇ ਸਰਦਾਰ ਮਹਾਂ ਸਿੰਘ ਜੀ ਦਾ ਉਚੇਚਾ ਸੁਨੇਹਾ ਸਰਕਾਰ ਨੂੰ ਦੱਸਣਾ ਹੈ।" ਬੀਬੀ ਸ਼ਰਨ ਕੌਰ ਦੀ ਜ਼ਬਾਨੋਂ ਸਰਦਾਰ ਹਰੀ ਸਿੰਘ ਜੀ ਦਾ ਸ਼ਹੀਦ ਹੋਣਾ ਸੁਣ ਕੇ ਧਿਆਨ ਸਿੰਘ ਇੱਕ ਵਾਰ ਤ੍ਰਬਕ ਗਿਆ। ਫਿਰ ਸ਼ਰਨ ਕੌਰ ਤੇ ਉਹਦੇ ਜੀਵਨ ਸਾਥੀ ਵੱਲ ਅੱਖਾਂ ਪਾੜ-ਪਾੜ ਕੇ ਦੇਖਣ ਲੱਗ ਪਿਆ। ਸ਼ਾਇਦ ਉਹ ਇਹ ਜਾਣਨ ਦਾ ਯਤਨ ਕਰ ਰਿਹਾ ਸੀ ਕਿ ਕੋਈ ਧੋਖਾ ਨਾ ਹੋਵੇ। ਉਸਨੇ ਸ਼ਰਨ ਕੌਰ ਨੂੰ ਪੁੱਛਿਆ, "ਕੋਈ ਸਰਕਾਰੀ ਚਿੱਠੀ ਜਾਂ ਨਿਸ਼ਾਨੀ?" "ਚਿੱਠੀ ਤਾਂ ਕੋਈ ਨਹੀਂ, ਪਰ ਨਿਸ਼ਾਨੀ ਹੈ," ਬੀਬੀ ਸ਼ਰਨ ਕੌਰ ਨੇ ਇਹ ਆਖ ਕੇ ਸਰਕਾਰੀ ਨਿਸ਼ਾਨੀ, ਜੋ ਇੱਕ ਛਾਪ ਦੀ ਸ਼ਕਲ ਵਿੱਚ ਹੋਇਆ ਕਰਦੀ ਸੀ, ਉਹ ਦਿਖਾਈ। ਉਸ ਨਿਸ਼ਾਨੀ ਨੂੰ ਦੇਖ ਕੇ ਧਿਆਨ ਸਿੰਘ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਹ ਰਾਜਦੂਤ ਹਨ। "ਕੀ ਤੁਸੀਂ ਸਰਕਾਰ ਦੇ ਮਿਲਣ ਤੋਂ ਪਹਿਲਾਂ ਮੇਰੀ ਹਵੇਲੀ ਚੱਲ ਸਕਦੇ ਹੋ?" ਧਿਆਨ ਸਿੰਘ ਨੇ ਪੁੱਛਿਆ। "ਨਹੀਂ, ਕਿਤੇ ਨਹੀਂ ਜਾਣਾ। ਪਹਿਲਾਂ ਸਰਕਾਰ ਨੂੰ ਮਿਲਣਾ ਹੈ, ਇਸੇ ਵੇਲੇ ਮਿਲਣਾ ਹੈ। ਜੇ ਆਗਿਆ ਨਾ ਹੋਵੇਗੀ ਤਾਂ ਫਰਿਆਦੀ ਟੱਲ ਖੜਕਾਇਆ ਜਾਵੇਗਾ," ਬੀਬੀ ਸ਼ਰਨ ਕੌਰ ਨੇ ਬੜੀ ਦਲੇਰੀ ਨਾਲ ਉੱਤਰ ਦਿੱਤਾ। ਧਿਆਨ ਸਿੰਘ ਸੋਚੀਂ ਪੈ ਗਿਆ। 5 ਮਿੰਟ ਸੋਚਣ ਪਿੱਛੋਂ ਕਹਿਣ ਲੱਗਾ, "ਅੱਛਾ, ਆਓ ਮੇਰੇ ਨਾਲ। ਮੈਂ ਹੁਣੇ ਸਰਕਾਰ ਦੇ ਪੇਸ਼ ਕਰ ਦਿੰਦਾ ਹਾਂ।" ਡਿਓੜੀ ਵਾਲੇ ਨੂੰ ਇਸ਼ਾਰਾ ਕੀਤਾ, "ਆਉਣ ਦਿਓ।" ਡਿਓੜੀ ਵਾਲਿਆਂ ਨੇ ਭੀਮ ਬਲੀ ਸਿੰਘ ਅਤੇ ਸ਼ਰਨ ਕੌਰ ਨੂੰ ਕਿਲ੍ਹੇ ਵਿੱਚ ਦਾਖਲ ਹੋਣ ਦੀ ਖੁੱਲ੍ਹ ਦੇ ਦਿੱਤੀ। ਅੱਗੇ-ਅੱਗੇ ਰਾਜਾ ਧਿਆਨ ਸਿੰਘ ਤੇ ਪਿੱਛੇ-ਪਿੱਛੇ ਬੀਬੀ ਸ਼ਰਨ ਕੌਰ ਤੇ ਭੀਮ ਬਲੀ ਸਿੰਘ ਤੁਰੇ ਗਏ। ਕਈ ਡਿਓੜੀਆਂ ਦੇ ਮੋੜ ਲੰਘ ਕੇ ਦੀਵਾਨੇ ਖਾਸ ਕੋਲ ਪੁੱਜੇ ਤਾਂ ਧਿਆਨ ਸਿੰਘ ਨੇ ਦੋਹਾਂ ਨੂੰ ਆਖਿਆ, "ਦੋਵੇਂ ਇੱਥੇ ਬੈਠੋ, ਸਰਕਾਰ ਨੂੰ ਮੈਂ ਅੰਦਰ ਜਾ ਕੇ ਦੱਸਦਾ ਹਾਂ।" ਦੋਵੇਂ ਬਾਹਰ ਖਲੋ ਗਏ। ਰਾਜਾ ਧਿਆਨ ਸਿੰਘ ਅੰਦਰ ਚਲਿਆ ਗਿਆ। ਕੋਈ 15 ਮਿੰਟਾਂ ਪਿੱਛੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਬਾ-ਦਬ ਬਾਹਰ ਆਏ। ਉਹਨਾਂ ਨੂੰ ਦੇਖ ਕੇ ਬੀਬੀ ਸ਼ਰਨ ਕੌਰ ਤੇ ਭੀਮ ਬਲੀ ਸਿੰਘ ਨੇ ਦੋਵੇਂ ਹੱਥ ਜੋੜ ਕੇ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ" ਆਖੀ। ਮਹਾਰਾਜਾ ਸਾਹਿਬ ਨੇ ਵੀ ਫਤਿਹ ਦਾ ਉੱਤਰ ਫਤਿਹ ਵਿੱਚ ਦਿੱਤਾ। "ਸਰਕਾਰ, ਹਨੇਰ ਹੋ ਗਿਆ। ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਏ। ਇਹ ਹੈ ਪੱਤਰਕਾ ਜੋ ਸਰਦਾਰ ਮਹਾਂ ਸਿੰਘ ਜੀ ਨੇ ਲਿਖ ਕੇ ਆਪ ਵੱਲ ਭੇਜੀ ਹੈ। ਇਹ ਤੀਸਰੀ ਤੇ ਅੰਤਮ ਪੱਤਰਕਾ।" ਬੀਬੀ ਸ਼ਰਨ ਕੌਰ ਨੇ ਕੁੜਤੇ ਦੀ ਹੇਠਲੀ ਜੇਬ ਵਿੱਚੋਂ ਇੱਕ ਚਿੱਠੀ ਕੱਢ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੱਥ ਦੇ ਦਿੱਤੀ। ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਨੇ ਸ਼ੇਰੇ ਪੰਜਾਬ ਦੇ ਪੈਰਾਂ ਹੇਠੋਂ ਮਿੱਟੀ ਕੱਢ ਦਿੱਤੀ। ਉਹਨਾਂ ਦਾ ਸਿਰ ਚਕਰਾ ਗਿਆ। "ਕੀ ਕਿਹਾ? ਨਲੂਆ ਸਰਦਾਰ ਸ਼ਹੀਦ ਹੋ ਗਿਆ? ਮੇਰਾ ਵੀਰ ਮੈਨੂੰ ਛੱਡ ਗਿਆ? ਕੀ ਇਹ ਸੱਚ ਹੈ?"
ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਮੇਰਾ ਵੀਰ ਮੈਨੂੰ ਇਕੱਲਿਆਂ ਛੱਡ ਜਾਵੇ, ਹੋ ਨਹੀਂ ਸਕਦਾ। ਸੱਚ ਹੈ ਸਰਕਾਰ, ਦੁਸ਼ਮਣ ਨੇ ਧੋਖਾ ਕੀਤਾ। ਲੜਾਈ ਦੇ ਮਾਇਆਜਾਲ ਆਸਰੇ ਸ਼ਹੀਦ ਕੀਤਾ ਗਿਆ। ਜਮਰੌਦ ਤੇ ਪਿਸ਼ਾਵਰ ਖਤਰੇ ਵਿੱਚ ਹਨ। ਫੌਜ ਹੁਣੇ ਤੁਰਨੀ ਚਾਹੀਦੀ ਹੈ। ਜੇ ਫੌਜ ਨਾ ਪਹੁੰਚੀ ਤਾਂ ਖਾਲਸਾ ਰਾਜ ਦਾ ਨੁਕਸਾਨ ਹੈ, ਭੀਮ ਬਲੀ ਸਿੰਘ ਨੇ ਸਰਕਾਰ ਨੂੰ ਆਖਿਆ। ਉਸੇ ਸਮੇਂ ਮਹਾਰਾਜਾ ਸਾਹਿਬ ਨੇ ਮੁਨਸ਼ੀ ਨੂੰ ਆਵਾਜ਼ ਦਿੱਤੀ। ਮੁਨਸ਼ੀ ਆਇਆ। ਸਰਦਾਰ ਮਹਾਂ ਸਿੰਘ ਦੀ ਲਿਖੀ ਪੱਤਰਕਾ ਪੜ੍ਹ ਕੇ ਮਹਾਰਾਜਾ ਨੂੰ ਸੁਣਾਉਣ ਲੱਗਾ। ਜਿਉਂ-ਜਿਉਂ ਪੱਤਰਕਾ ਪੜ੍ਹੀ ਜਾ ਰਹੀ ਸੀ ਤਿਉਂ-ਤਿਉਂ ਮਹਾਰਾਜਾ ਰਣਜੀਤ ਸਿੰਘ ਲੱਕ ਉੱਤੇ ਹੱਥ ਰੱਖੀ ਜਾਂਦੇ ਸਨ। ਉਹਨਾਂ ਦੇ ਚਿਹਰੇ ਉੱਤੇ ਇੱਕ ਰੰਗ ਆਉਂਦਾ ਸੀ ਤੇ ਇੱਕ ਜਾਂਦਾ। ਉਹ ਰੰਗ ਕਦੀ ਕ੍ਰੋਧਤਾ ਦਾ ਤੇ ਕਦੀ ਨਿਰਾਸ਼ਤਾ ਦਾ। ਚਿੱਠੀ ਸੁਣਦੇ ਸੁਣਦੇ ਮਹਾਰਾਜਾ ਸਾਹਿਬ ਇੱਕਦਮ ਸ਼ੇਰ ਵਾਂਗ ਕ੍ਰੋਧਵਾਨ ਹੋ ਕੇ ਬੋਲੇ, ਹੈਂ, ਮੇਰੇ ਦਰਬਾਰ ਵਿੱਚ ਇੰਨੇ ਧੋਖੇ, ਫਰੇਬ, ਮੇਰੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਮੇਰੇ ਖਾਲਸਾ ਰਾਜ ਉੱਤੇ ਦੁਸ਼ਮਣ ਹੱਲਾ ਕਰੇ, ਸਰਹੱਦ ਉੱਤੋਂ ਚਿੱਠੀਆਂ ਆਉਣ ਤੇ ਉਹ ਚਿੱਠੀਆਂ ਮੈਨੂੰ ਨਾ ਮਿਲਣ। ਖਾਲਸਾ ਰਾਜ ਦੇ ਮਹਾਬਲੀ ਜਰਨੈਲ ਤੇ ਮਜ਼ਬੂਤ ਥੰਮ ਨੂੰ ਸਮੇਂ ਤੋਂ ਪਹਿਲਾਂ ਢਹਿਣਾ ਪਿਆ। ਉਹ ਕੌਣ ਹਨ ਦੋਸ਼ੀ, ਕੌਣ ਹਨ ਫਰੇਬੀ? ਮੈਂ ਉਹਨਾਂ ਨੂੰ ਖਿਮਾ ਨਹੀਂ ਕਰ ਸਕਦਾ। ਹੁਣੇ ਹੀ ਕੁੱਤਿਆਂ ਕੋਲੋਂ ਪੜਵਾਵਾਂਗਾ। ਜਿਉਂਦਿਆਂ ਦੀਆਂ ਖੱਲਾਂ ਉਤਰਾਈਆਂ ਜਾਣਗੀਆਂ। ਸੱਦੋ, ਜਾਸੂਸਾਂ ਨੂੰ ਸੱਦੋ। ਮੈਂ ਪੜਤਾਲ ਕਰਾਉਣੀ ਚਾਹੁੰਦਾ ਹਾਂ। ਇੰਨਾ ਹਨੇਰ, ਇੰਨਾ ਧੋਖਾ, ਇਹ ਨਿਸ਼ਾਨੀਆਂ ਖਾਲਸਾ ਰਾਜ ਨੂੰ ਬਰਬਾਦ ਕਰਨ ਦੀਆਂ ਹਨ। ਪੜਤਾਲ ਹੋਵੇਗੀ, ਪੜਤਾਲ। ਸ਼ੇਰੇ ਪੰਜਾਬ ਸ਼ੇਰ ਵਾਂਗ ਗਰਜ ਕੇ ਬੋਲੀ ਗਏ। ਉਹਨਾਂ ਦਾ ਇੱਕ ਇੱਕ ਸ਼ਬਦ ਹੁਕਮ ਸੀ। ਉਸ ਹੁਕਮ ਨੂੰ ਕੋਈ ਟਾਲ ਨਹੀਂ ਸੀ ਸਕਦਾ। ਰਾਜਾ ਧਿਆਨ ਸਿੰਘ ਲਾਗੇ ਖਲੋਤਾ ਕੰਬ ਗਿਆ। ਉਸ ਦਾ ਪਾਪੀ ਤੇ ਧੋਖੇਬਾਜ਼ ਦਿਲ ਦਿਮਾਗ ਭੈ-ਭੀਤ ਹੋ ਗਿਆ। ਮੁਨਸ਼ੀ ਦਾ ਸੇਰ ਲਹੂ ਸੁੱਕ ਗਿਆ, ਕਿਉਂਕਿ ਉਹ ਸਰਕਾਰ ਦੀ ਡਾਕ ਵੀ ਵਸੂਲ ਕਰਦਾ ਸੀ ਤੇ ਸਾਂਭ ਕੇ ਰੱਖਦਾ ਸੀ। ਉਸ ਨੂੰ ਆਪਣੀ ਜਾਨ ਦੀ ਚਿੰਤਾ ਪੈ ਗਈ। ਉਸ ਦੀਆਂ ਲੱਤਾਂ ਕੰਬਣ ਲੱਗੀਆਂ। ਮੌਤ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗੀ। ਉਹਦੇ ਹੱਥ ਇੰਨੇ ਕੰਬੇ ਕਿ ਜਿਹੜੀ ਪੱਤਰਕਾ ਨੂੰ ਉਹ ਪੜ੍ਹ ਰਿਹਾ ਸੀ, ਉਹ ਪੱਤਰਕਾ ਹੱਥੋਂ ਨਿਕਲ ਕੇ ਫਰਸ਼ ਉੱਤੇ ਡਿੱਗ ਪਈ। ਉਹ ਪੱਤਰਕਾ ਨੂੰ ਨਿਉਂ ਕੇ ਚੁੱਕਣ ਲੱਗਾ ਤਾਂ ਉਹਦਾ ਲੱਕ ਇੰਨਾ ਲਿਫਿਆ ਕਿ ਮੁੜ ਕੇ ਸਿੱਧਾ ਹੋਣਾ ਔਖਾ ਹੋ ਗਿਆ। ਮੂੰਹ ਦੇ ਭਾਰ ਡਿੱਗਣ ਤੋਂ ਮਸਾਂ ਬਚਦਾ ਹੋਇਆ ਉਹ ਉੱਪਰ ਉੱਠਿਆ। ਇੰਨੇ ਨੂੰ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ, ਛੇਤੀ ਇਸ ਮਾਮਲੇ ਦੀ ਪੜਤਾਲ ਕਰੋ ਕਿ ਡਾਕ ਕਿਸ ਨੇ ਗੁੰਮ ਕੀਤੀ ਹੈ ਤੇ ਜਮਰੌਦ ਨੂੰ ਫੌਜ ਦੀ ਤਿਆਰੀ ਕਰੋ। ਇਸ ਬਹਾਦਰ ਜੋੜੀ ਦਾ ਚੰਗਾ ਸਤਿਕਾਰ ਕੀਤਾ ਜਾਵੇ। ਇਹਨਾਂ ਨੇ ਖਾਲਸਾ ਰਾਜ ਦੀ ਬਹੁਤ ਸੇਵਾ ਕੀਤੀ ਹੈ। ਦੀਵਾਨਖਾਨੇ ਵਿੱਚ ਬਿਠਾਓ, ਮੈਂ ਹੁਣੇ ਵਾਪਸ ਆਇਆ। ਇਹਨਾਂ ਸ਼ਬਦਾਂ ਦੇ ਨਾਲ ਹੀ ਮਹਾਰਾਜਾ ਸਾਹਿਬ ਬੜੀ ਕਾਹਲੀ ਨਾਲ ਰਣਵਾਸ ਨੂੰ ਤੁਰ ਗਏ। ਮਹਾਰਾਜਾ ਦੇ ਜਾਣ ਪਿੱਛੋਂ ਧਿਆਨ ਸਿੰਘ ਨੇ ਮੁਨਸ਼ੀ ਵੱਲ ਦੇਖਿਆ। ਮੁਨਸ਼ੀ ਨੇ ਧਿਆਨ ਸਿੰਘ ਵੱਲ। ਦੋਹਾਂ ਦੀ ਦੇਖਣੀ ਵਿੱਚ ਕੋਈ ਭੇਤ ਸੀ। ਉਹਨਾਂ ਦੋਹਾਂ ਦੀਆਂ ਅੱਖਾਂ ਨੇ ਰਾਜ ਦੀਆਂ ਗੱਲਾਂ ਕੀਤੀਆਂ ਜਿਵੇਂ ਉਹ ਅੱਗੇ ਕਰਦੀਆਂ ਸਨ। ਅੱਖਾਂ ਨਾਲ ਇਸ਼ਾਰੇ ਕਰਨ ਪਿੱਛੋਂ ਧਿਆਨ ਸਿੰਘ ਪ੍ਰਗਟ ਤੌਰ 'ਤੇ ਮੁਨਸ਼ੀ ਨੂੰ ਆਖਣ ਲੱਗਾ, ਦੇਖੋ, ਇਹਨਾਂ ਨੂੰ ਦੀਵਾਨਖਾਨੇ ਵਿੱਚ ਬੈਠਾਓ। ਦੇਖਣਾ ਕੋਈ ਨਿਰਾਦਰੀ ਨਾ ਹੋਵੇ। ਇਹ ਉਚੇਚੇ ਪੁਰਸ਼ ਹਨ। ਰਾਜਾ ਧਿਆਨ ਸਿੰਘ ਨੇ ਉਚੇਚੇ ਪੁਰਸ਼ ਸ਼ਬਦਾਂ ਦੇ ਬੋਲਣ ਉੱਤੇ ਬੜਾ ਭਾਰ ਪਾਇਆ। ਜਿਵੇਂ ਆਪ ਕਹੋ, ਮੁਨਸ਼ੀ ਨੇ ਅੱਗੋਂ ਉੱਤਰ ਦਿੱਤਾ। ਮੁਨਸ਼ੀ ਵੱਲੋਂ ਤਸੱਲੀ ਬਖਸ਼ ਉੱਤਰ ਸੁਣ ਕੇ ਰਾਜਾ ਧਿਆਨ ਸਿੰਘ ਨਿਰਭੈਤਾ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੇ ਪਿੱਛੇ ਚਲੇ ਗਏ। ਰਾਜਾ ਧਿਆਨ ਸਿੰਘ ਦੇ ਚਲੇ ਜਾਣ ਪਿੱਛੋਂ ਮੁਨਸ਼ੀ ਨੇ ਬੀਬੀ ਸ਼ਰਨ ਕੌਰ ਤੇ ਭੀਮ ਬਲੀ ਸਿੰਘ ਨੂੰ ਦੀਵਾਨਖਾਨੇ ਵਿੱਚ ਬਿਠਾ ਦਿੱਤਾ। ਨਾਲ ਹੀ ਇਉਂ ਆਖ ਕੇ ਤਸੱਲੀ ਦੇਣ ਦਾ ਯਤਨ ਕੀਤਾ, ਕੋਈ ਫਿਕਰ ਨਾ ਕਰੋ, ਸਰਕਾਰ ਦੇ ਇਕਬਾਲ ਅੱਗੇ ਸਭ ਸਿਰ ਝੁਕਾਉਂਦੇ ਹਨ। ਸਰਕਾਰ ਦੇ ਬਾਹਰ ਜਾਣ ਪਿੱਛੋਂ ਤੁਹਾਨੂੰ ਸੁੱਖ ਨਾਲ ਰੱਖਿਆ ਜਾਵੇਗਾ। ਰਾਜਾ ਧਿਆਨ ਸਿੰਘ ਦੇਵਤਾ ਹੈ, ਸਰਕਾਰ ਦੀ ਸੱਜੀ ਮੁੱਛ ਹੈ। ਖਾਲਸਾ ਰਾਜ ਤੇ ਸਰਕਾਰ ਦੇ ਬਦਲੇ ਜਾਨ ਵਾਰਨ ਨੂੰ ਤਿਆਰ ਰਹਿੰਦਾ ਹੈ, ਕਦੀ ਕਿਸੇ ਨਾਲ ਬੁਰਾ ਨਹੀਂ ਕਰਦਾ। ਮੁਨਸ਼ੀ ਅਜੇ ਬੋਲ ਹੀ ਰਿਹਾ ਸੀ ਕਿ ਜੰਗ ਦਾ ਮਾਰੂ ਵੱਜਿਆ। ਘੜਿਆਲ ਖੜਕਿਆ ਤੇ ਬਿਗਲ ਵੱਜੇ। ਘੜਿਆਲ, ਨਗਾਰੇ ਤੇ ਬਿਗਲ ਦੀਆਂ ਆਵਾਜ਼ਾਂ ਨੇ ਲਾਹੌਰ ਦੀ ਜਨਤਾ ਤੇ ਕਿਲ੍ਹੇ ਦੇ ਵਸਨੀਕਾਂ ਦੇ ਦਿਲਾਂ ਨੂੰ ਸੁਰਜੀਤ ਕੀਤਾ ਤੇ ਨਾਲ ਹੀ ਭੈ-ਭੀਤ ਵੀ। ਬੀਬੀ ਸ਼ਰਨ ਕੌਰ ਤੇ ਪਤੀ ਇਹਨਾਂ ਆਵਾਜ਼ਾਂ ਨੂੰ ਸੁਣਦੇ ਹੋਏ ਖਾਲਸਾ ਰਾਜ ਦੀ ਪ੍ਰਸ਼ੰਸਾ ਕਰਨ ਲੱਗੇ।